मरने ही ते पाइए पूर्ण परमानंद। होगी झट जरवाने दी तेग खुंडी, नावे गुरां दे सीस नूं ला के ते सच चढ़िया उदों सी चौं पासी, हनेरी लै गई कूड़ी उड़ा के ते। ओ घुमन केरी दे विचों बेड़ा हिंदुआं दा, चप्पू ला के गुरां ने तार दिता। मेरी बंधना नावे गुर पातशाह नूं, सीस दुखियाली जिन्हां ने वार दिता। दर्द वालियां की गाना सुने कोई, होया राज बेदी यार मंगा, गल सच्ची ना मारे दी सुने कोई। ओ बड़े चिरां दा तप दी एक ऐसी, दे के गुरा गुरबाणी ते ठार दिता। मेरी बंधना नावे गुर पातशाह नूं, सीस दुखियाली जिन्हां ने वार दिता। बड़े तेग बहादुर चादर हिंद वाली, जिन्ने जुल्मां दे ताई लुका लिया, रहे लाम दे ईन मनाउण खातर, जोड़ हाकमां ने सारा सिला लिया। ओ चरने आया दी गुरां ने बांह फड़ के, दुखी पंडितां नूं रज प्यार दिता। मेरी बंधना नावे गुर पातशाह नूं, सीस दुखियाली जिन्हां ने वार दिता। तपस्या करन गोजी, बाहर पाई सी मंजियां दा बैठे, लादो गुरु हुकम खिचा कहंदा, चुबे जहाज दे के रसी उठा बैठे। ओ मसंद नस दे उदो ना नजर आए, जहाज गुरा ने मक्खन दा तार दिता। मेरी बंधना नावे गुर पातशाह नूं, सीस दुखियाली जिन्हां ने वार दिता। चढ़िया शना दा नजायो तार दिता, औदी दे के अपने हुस्न वाली, हुस्न हिंद दा तुसां खार दिता। ओ जिउणा अनकता दसिया मंगतिआं नूं, काम विगड़िया दा गुरा सवार दिता। मेरी बंधना नावे गुर पातशाह नूं, सीस दुखियाली जिन्हां ने वार दिता। पंडितां लई गुरु सीस देंदे, हिंदू कौम दा नाम छान रहिंदा, चप्पे चप्पे ते पई मासीत हुंदी, पूजा लई ना कोई अस्थान रहिंदा। ओ दुखियां वास्ते अपने सुख छड़ के, बेड़ा धर्म वाला कर पार दिता। मेरी बंधना नावे गुर पातशाह नूं, सीस दुखियाली जिन्हां ने वार दिता। राज दे खंभ चारे, कार नदी अंदर गोते खांदियां दे, भारत माता दे पर्दे तुसां कजे, हथों मध के दुख उठांदियां दे। ओ होई गुरां दी मौजी ते बहुत कृपा, जिन्हां गिल बलवंत जिया यार दिता। मेरी बंधना नावे गुर पातशाह नूं, सीस दुखियाली जिन्हां ने वार दिता। राज दे खंभ चारे, कार नदी अंदर गोते खांदियां दे, भारत माता दे पर्दे तुसां कजे, हथों मध के दुख उठांदियां दे। ओ होई गुरां दी मौजी ते बहुत कृपा, जिन्हां गिल बलवंत जिया तार दिता। मेरी बंधना नावे गुर पातशाह नूं, सीस दुखियाली जिन्हां ने वार दिता।
ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ। ਸਾਂਝੀ ਵਾਲਤਾ ਦੇ ਗੁਰਦੇਵ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਪਰਮ ਆਦਰਣੀਏ ਪਰਮ ਪੂਜਨਿਕ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਆਪਾਂ ਸਾਰੇ ਰਲ ਮਿਲ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਕੋਈ ਰਸਨਾ ਐਸੀ ਵਾਂਝੀ ਨਾ ਰਹਿ ਜਾਵੇ ਜੋ ਇਸ ਮਹਾਨ ਬੋਲੇ ਵਿੱਚ ਹਿੱਸਾ ਨਾ ਪਾ ਸਕੇ ਜੀ। ਆਓ ਦਾਸ ਦੇ ਜਥੇ ਵੱਲੋਂ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਐਸੇ ਮਹਾਨ ਗੁਰਦੇਵ ਦੇ ਸ਼ਹੀਦੀ ਗੁਰਪੁਰਬ ਦੇ ਵਿੱਚ ਸ਼ਾਮਲ ਹੋਏ ਆ ਜੋ ਲਸਾਨੀ ਸ਼ਹਾਦਤ ਹੈ ਤੇ ਸ਼ਹੀਦੀ ਦਾ ਜਿਹੜਾ ਭਾਵ ਹੈ, ਸ਼ਹੀਦੀ ਵੈਸੇ ਇਸਲਾਮ ਧਰਮ ਚੋਂ ਚੱਲੀ ਹੈ, ਪਰ ਸ਼ਹਾਦਤ ਦਾ ਪੈਰਾਮੀਟਰ ਸਿੱਖ ਧਰਮ ਨੇ ਬਣਾਇਆ ਹੈ ਕਿ ਪੈਰਾਮੀਟਰ ਜਿਹੜਾ ਖਿੱਚ ਕੇ ਤਿਆਰ ਕੀਤਾ ਹੈ ਉਹ ਸਿੱਖ ਇਤਿਹਾਸ ਨੇ ਤਿਆਰ ਕੀਤਾ ਹੈ। ਮੈਂ ਅੱਜ ਸਤਿਗੁਰ ਗੁਰੂ ਨਾਨਕ ਦੇ 9ਵੇਂ ਸਰੂਪ ਸਤਿਗੁਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਆਪਾਂ ਇਸ ਮਹਾਨ ਦਿਹਾੜੇ ਨੂੰ ਅੱਜ ਆਪਾਂ ਸਾਰੇ ਰਲ ਮਿਲ ਕੇ ਮਨਾ ਰਹੇ ਹਾਂ। ਧੰਨਤਾ ਦੇ ਯੋਗ ਨੇ ਜਿਨ੍ਹਾਂ ਇਹਦੇ ਵਿੱਚ ਹਿੱਸਾ ਪਾਇਆ ਹੈ, ਕੋਟਾਨ ਕੋਟ ਸ਼ੁਕਰ ਹੈ ਸਤਿਗੁਰ ਜੀ ਦਾ ਜਿਨ੍ਹਾਂ ਨੇ ਸੁਮਤ ਬਖਸ਼ ਕੇ ਸਾਨੂੰ ਸਾਰਿਆਂ ਨੂੰ ਇਸ ਬੰਨੇ ਤੋਰਿਆ ਜੀ। ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਾਂ ਕਿ ਜਦੋਂ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੇ ਹੁਕਮ ਜਾਰੀ ਕੀਤਾ ਹੈ ਕਿ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾ ਦਿੱਤਾ ਜਾਵੇ, ਸਾਰੇ ਹਿੰਦ ਦੇ ਜਿੰਨੇ ਮਹਾਨ ਮਹੰਦਰ ਨੇ ਉਹਨਾਂ ਨੂੰ ਪਹਿਲਾਂ ਨਾ ਛੇੜਿਆ ਜਾਵੇ ਦਾ ਹੁਕਮ ਹੋਇਆ ਹੈ, ਪਰ ਨਵਾਂ ਕੋਈ ਬਣ ਨਾ ਦਿੱਤਾ ਜਾਵੇ। ਇਹ ਹੁਕਮ ਜਾਰੀ ਹੋਇਆ ਦਿੱਲੀ ਦੀ ਸਰਕਾਰ ਵੱਲੋਂ, ਪਰ ਫਿਰ ਕੁਝ ਮੰਦਰ ਤੋੜ ਵੀ ਦਿੱਤੇ ਗਏ ਨੇ। ਨਾਲ ਨਾਲ ਇਹ ਹੁਕਮ ਜਾਰੀ ਹੋਇਆ ਕਿ ਸਾਰੇ ਹਿੰਦੂਆਂ ਨੂੰ ਇਸਲਾਮ ਵਿੱਚ ਲਿਆਂਦਾ ਜਾਵੇ, ਏਕਤਾ ਦਾ ਝੰਡਾ। ਪਰ ਸਵਾਲ ਇਹ ਹੁੰਦਾ ਹੈ ਕਿ ਹੋਇਆ ਕਿਉਂ? ਗੱਲ ਇਹ ਹੈ, ਜੇ ਔਰੰਗਜ਼ੇਬ ਬਾਦਸ਼ਾਹ ਨੂੰ ਜ਼ਾਲਮ ਬਾਦਸ਼ਾਹ ਕਿਹਾ ਜਾਵੇ ਤੇ ਸ਼ਬਦ ਛੋਟੇ ਹੋ ਜਾਣਗੇ, ਕਿਉਂਕਿ ਅਸਲ ਵਿੱਚ ਔਰੰਗਜ਼ੇਬ ਜ਼ਾਲਮ ਬਾਦਸ਼ਾਹ ਨਹੀਂ, ਅਸਲ ਵਿੱਚ ਔਰੰਗਜ਼ੇਬ ਬਾਦਸ਼ਾਹ ਹਲਕਿਆ ਹੋਇਆ ਬਾਦਸ਼ਾਹ ਹੈ ਜਿਸ ਨੇ ਕਿਸੇ ਨੂੰ ਮਾਫ ਨਹੀਂ ਕੀਤਾ। ਇਹ ਨਹੀਂ ਕਿ ਸਿਰਫ ਇਸਨੇ ਹਿੰਦੂਆਂ ਤੇ ਜਾਸਤੀਆਂ ਕੀਤੀਆਂ ਨੇ, ਇਸ ਨੇ ਇਸਲਾਮ ਨੂੰ ਵੀ ਨਹੀਂ ਛੱਡਿਆ, ਇੱਥੋਂ ਤੱਕ ਕਿ ਇਸਨੇ ਆਪਣੇ ਪਰਿਵਾਰ ਨੂੰ ਵੀ ਨਹੀਂ ਛੱਡਿਆ, ਆਪਣੇ ਪਿਤਾ ਨੂੰ ਇਸਨੇ ਖਤਮ ਕੀਤਾ, ਆਪਣੇ ਭਰਾਵਾਂ ਦੇ ਕਤਲ ਕੀਤੇ ਇਸੇ ਬੰਦੇ ਨੇ। ਸੋ ਗੁਰੂ ਰੂਪ ਸਾਧ ਸੰਗਤ, ਇਹ ਇੱਕ ਹਲਕਿਆ ਹੋਇਆ ਬਾਦਸ਼ਾਹ ਸੀ ਜਿਹੜਾ ਕਿਸੇ ਨੂੰ ਵੀ ਮਾਫ ਨਹੀਂ ਕਰਦਾ, ਨਾ ਆਪਣਿਆਂ ਨੂੰ ਤੇ ਨਾ ਪਰਾਇਆਂ ਨੂੰ। ਪਰ ਇਸ ਨੇ ਇਹ ਚਾਲ ਕਿਉਂ ਚੱਲੀ ਕਿ ਹਿੰਦੂਆਂ ਨੂੰ ਮੁਸਲਮਾਨ ਬਣਾ ਦਿੱਤਾ ਜਾਵੇ? ਸਵਾਲ ਇਹ ਉੱਠਦਾ ਹੈ ਕਿਉਂਕਿ ਇਸ ਤੋਂ ਬਹੁਤੇ ਜ਼ਿਆਦਾ ਖੁਸ਼ ਨਹੀਂ ਸਨ ਮੁਸਲਮਾਨ ਵੀ। ਮੁਸਲਮਾਨ ਵੀ ਇਸ ਗੱਲ ਤੋਂ ਨਾਰਾਜ਼ ਹਨ। ਆਪਾਂ ਵੀ ਸਮਾਜ ਤੌਰ ਤੇ ਸੋਚੀਏ ਤੇ ਜਿਹੜਾ ਬੱਚਾ ਜਿਹੜਾ ਪੁੱਤਰ ਆਪਣੇ ਪਿਓ ਨੂੰ ਨਾ ਬਖਸ਼ੇ, ਕੀ ਗੱਲ ਉਸ ਤੇ ਸਮਾਜ ਖੁਸ਼ ਹੋਏਗਾ? ਇਹ ਸਵਾਲ ਹੀ ਨਹੀਂ ਉੱਠ ਸਕਦਾ। ਇਸ ਕਰਕੇ ਇਸ ਤੋਂ ਇਸਲਾਮੀ ਲੋਕ ਵੀ ਬਹੁਤੇ ਖੁਸ਼ ਨਹੀਂ ਸਨ। ਇਹਨਾਂ ਨੇ ਪੀਰ ਕਾਜ਼ੀਆਂ ਨੂੰ, ਮੌਲਾ ਮਲਾਣਿਆਂ ਨੂੰ ਖੁਸ਼ ਕਰਨ ਵਾਸਤੇ ਹਿੰਦੂਆਂ ਦੇ ਮੰਦਰ ਢਾਏ ਤੇ ਹਿੰਦੂ ਧਰਮ ਨੂੰ ਇਸਲਾਮ ਵਿੱਚ ਲਿਆਉਣ ਦਾ ਇੱਕ ਸਿਰਫ ਆਪਣੀ ਕੌਮ ਦੇ ਮੁਅੱਤਸੀ ਲੋਕਾਂ ਨੂੰ ਖੁਸ਼ ਕਰਨ ਦਾ ਜ਼ਰੀਆ ਬਣਾਇਆ ਸੀ। ਹੋਰ ਨਾ ਕਿ ਆਪਣੇ ਇਸਲਾਮ ਵਿੱਚ ਹੀ ਪੱਕਾ ਸੀ। ਇਹ ਵੀ ਨਹੀਂ ਕਿ ਔਰੰਗਜ਼ੇਬ ਆਪਣੇ ਇਸਲਾਮ ਦੇ ਵਿੱਚ ਬਹੁਤ ਪੱਕਾ ਸੀ, ਨਾ, ਇਹ ਸਵਾਲ ਨਹੀਂ ਹੁੰਦਾ ਕਿ ਔਰੰਗਜ਼ੇਬ ਇਸਲਾਮ ਦੇ ਵਿੱਚ ਵੀ ਪੱਕਾ ਹੋਵੇ, ਕਿਉਂਕਿ ਇਸਲਾਮ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਕਿਸੇ ਦੇ ਧਰਮ ਨੂੰ ਬਰਬਾਦ ਕੀਤਾ ਜਾਵੇ। ਸੋ ਗੁਰੂ ਰੂਪ ਸਾਧ ਸੰਗਤ ਜੀ, ਇਸ ਨੇ ਉਸ ਟਾਈਮ ਹਿੰਦੁਸਤਾਨ ਦੇ ਵਿੱਚ ਜਿਹੜੇ ਹਿੰਦੂ ਵਿਦਵਤਾ ਦੇ ਦੋ ਪੱਕੇ ਸਥਾਨ ਮੰਨੇ ਜਾਂਦੇ ਸਨ, ਇੱਕ ਬਨਾਰਸ ਤੇ ਦੂਸਰਾ ਜੰਮੂ। ਇੱਥੋਂ ਹੀ ਜਿੰਨੇ ਵੀ ਵਿਦਵਾਨ ਪੜ੍ਹ ਕੇ ਨਿਕਲਦੇ ਸਨ ਸੰਸਕ੍ਰਿਤ ਨੂੰ, ਉਹ ਸਾਰੇ ਦੋਵਾਂ ਇਹਨਾਂ ਵਿਸ਼ਵ ਵਿਦਿਆਲਿਆਂ ਚੋਂ ਨਿਕਲਦੇ ਸਨ। ਪਰ ਇਸ ਨੇ ਜੰਮੂ ਤੋਂ ਮਾਰਕਾਟ ਕਿਉਂ ਸ਼ੁਰੂ ਕੀਤੀ, ਇੱਧਰ ਬਨਾਰਸ ਤੋਂ ਕਿਉਂ ਨਹੀਂ ਕੀਤੀ? ਇਸ ਨੇ ਇਸ ਕਰਕੇ ਜੰਮੂ ਤੋਂ ਕੀਤੀ ਕਿ ਜਿਹੜੇ ਬਨਾਰਸ ਦੇ ਲੋਕ ਨੇ ਇਹ ਬੁਜ਼ਦਿਲ ਨੇ ਤੇ ਜਿਹੜੇ ਜੰਮੂ ਦੇ ਲੋਕ ਨੇ ਉਹ ਬਹਾਦਰ ਨੇ, ਵਿਦਵਾਨ ਵੀ ਬੜੇ ਨੇ। ਇਸ ਕਰਕੇ ਇਸ ਨੇ ਮਤਾ ਪਕਾਇਆ ਹੈ ਕਾਜ਼ੀ ਮੁੱਲਾ ਮਲਾਣਿਆਂ ਦੇ ਨਾਲ ਮਿਲ ਕੇ ਕਿ ਜੇ ਜੰਮੂ ਵਾਲੇ ਮੁਸਲਮਾਨ ਹੋ ਗਏ ਤੇ ਬਨਾਰਸ ਵਾਲਿਆਂ ਨੇ ਡਰਦੇ ਹੀ ਆਪੇ ਹੀ ਹੋ ਜਾਣਾ, ਇਹਨਾਂ ਨੂੰ ਕਰਨ ਦੀ ਕੁਝ ਲੋੜ ਨਹੀਂ, ਇੱਥੇ ਮਾਰਕਾਟ ਕਰਨ ਦੀ ਲੋੜ ਹੀ ਨਹੀਂ। ਇਸ ਕਰਕੇ ਇਸ ਨੇ ਜੰਮੂ ਤੋਂ ਮਾਰਕਾਟ ਸ਼ੁਰੂ ਕੀਤੀ ਹੈ। ਪਰ ਸਵਾਲ ਇਹ ਵੀ ਆਏਗਾ ਕਿ ਕਿਰਪਾ ਰਾਮ ਹੀ ਕਿਉਂ, ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਹੀ ਕਿਉਂ ਚੱਲ ਕੇ ਅਨੰਦਪੁਰ ਸਾਹਿਬ ਪਹੁੰਚੇ? ਹੁਣ ਇਸ ਦੀ ਜੇ ਖੋਜ ਪੂਰੀ ਪਿੱਛੇ ਤੋਂ ਕਰੀਏ ਤੇ ਜਿਹੜੇ ਗੁਰੂ ਪੰਚਮ ਪਾਤਸ਼ਾਹ ਦੇ ਸਮੇਂ ਦੇ ਵਿੱਚ ਜਿਹੜੇ ਭੱਟ ਸਾਹਿਬ
आए ने, जिन्हां दे सवैये ने गुरु ग्रंथ साहिब जी दे विच, इन्हां दे परिवार दे विचों ही, इन्हां दी पीढ़ी दे विचों ही कृपा राम जिहड़ा सी ये इस पीढ़ी दे विचों चलिया आउंदा सी। इस करके इसकी शुरू तो शरधा जिहड़ी है वो गुरु घर दे नाल सी। इस करके ही ये उतों पूरे डेपूटेशन नूं लैके आनंदपुर साहिब पहुंचा है ते आनंदपुर साहिब आके अपने पूरे धर्म की, इउं कहिए कि पग, पूरे धर्म की पग जिहड़ी है वो सतगुरु तेग बहादुर महाराज की चरणों के उत्ते सुट दी है कि सतगुरु जी अज इस पग नूं कोई सांभण वाला नहीं। बहुते इतिहासकारों ने वैसे ये गल लिखी है, तिलक जंजू ही लिखिया है, पर असल में ये पग सी। उदों हिंदू भी पग बनते सन। इन्हों ने पग गुरु तेग बहादुर जी के चरणों में सुटी है कि इसनूं अज सांभण वाला नहीं कोई है कि जिहड़ा साडी रोलदी हुई इज्जत नूं अपने सिर ते बन लवे। इतिहास दसदा है कि जिस वेले गुरु तेग बहादुर साहब जी ने यह आवाज़ दी है ना कि संगत दे विच कोई है सिख जो इन्हां दी रोलदी हुई पग नूं, इन्हां दी रोलदी हुई इज्जत नूं अपने सिर ते बन लवे, ते कहंदे ने कि इतिहास दे विच कि उस टाइम सिख सूरमे उस पग नूं भज के पै गए ने ते उन्हां दी रोलदियां होईयां पग्गां नूं चुक के सिर ते बद्धा है। गुरु प्यारी साध संगत जी, अज भी साडियां जथेबंदियां, निहंग सिंह जथेबंदियां दे विच ये परंपरा है, किते 5 दस्तारां सजाईयां जांदियां ने, किते 7 दस्तारां सजाईयां जांदियां ने, किते 9 ते किते 11। इतिहास दसदा है कि उस समय जिन्नियां ये पग्गां किसी के हत्थ आईयां, जिस तरह करके उन्होंने बधियां, उसनूं अज तक भी निहंग सिंह जथेबंदियां ने उस परंपरा नूं कायम रखिया है। पर मैं गल करां तिलक जंजू दी, ये तिलक जंजू साडा नहीं ते इसनूं गुरु तेग बहादुर भी अपनाउंदे नहीं, क्योंकि जंजू का ते तिलक का विरोध कर चुके हैं पहली पातशाही गुरु नानक देव जी महाराज। पर इत्थे यह गल है कि किसी के धर्म नूं जबरदस्ती उजाड़िया भी नहीं जा सकता। एक विद्वान पुरुष लिखता है, वो कहता भगत सूरमा ते दान करन वाला, भगत सूरमा ते दान करन वाला, कुखों लाल माता पैदा करे कोई कोई, हर कोई अपनी पंड उठांदा है, पंड दूजियां दे सिर ते धरे कोई कोई, वो मरदी अपने आप ले सब दुनिया, ऐ पर वास्ते लोकां दे मरे कोई कोई। इत्थे लोकां दे वास्ते मरन वास्ते गुरु तेग बहादुर साहब जी ने जाना है। पर अजे सोच विचार चल रही है, कृपा राम की अगवाई वाले सारे ब्राह्मण सतगुरु जी के चरणों में रो रो के अपन अरदासां कर रहे हैं। पर इधर इतिहास दे विच एक पूरे संसार दे विच इको एक वर्णन आएगा कि अपने पिता नूं शहादत वास्ते तोड़न वाला अज सूरमा गोबिंद राय आप गुरु की तेग गोद में आके जिस तरह करके रोंदे हुए पंडितां की बांह फड़न वास्ते अपने पिता गुरुदेव नूं कह रहा है, वो मेरे साथी है इउं पेश कर रहे हैं। गोबिंद तो जबान दे विचों हाथों वड्डा ना कोई पिता जी जहान दे विचों, भावें टोल लियो सारा संसार पिता जी, दुखी पंडित तो देवो जिंदाबार पिता जी। गोबिंद तो जबान दे विचों हाथों वड्डा ना कोई पिता जी जहान दे विचों, ओ भावें टोल लियो सारा संसार पिता जी, दुखी पंडित तो देवो जिंदाबार पिता जी। शरण ताने आए ने उत्ते चेहरियां दे गम्मां दे बदल छाए ने, ओ केड़ी डूंगी सोच रे विचार पिता जी, दुखी पंडित तो देवो जिंदाबार पिता जी। ओ मैं ता साब लूंगा पिछो कारोबार पिता जी, दुखी पंडित तो देवो जिंदाबार पिता जी। बनो दुखियां दे तुसी मददगार पिता जी, दुखी पंडित तो देवो जिंदाबार पिता जी। सहायता वास्ते होर ना चले डाडियां दे नाल किने साडा योर
दुखी पंडिता तो देवो जिंदाबार पिताजी। ਲੋ ਇਹਨਾਂ ਦੀ ਫਰਜ਼ ਜਾਣਗੇ ਜਿਨ੍ਹਾਂ ਮਾਰਿਆਂ ਦੀ ਦਰ ਤੇ ਅਰਜ਼ ਜਾਣਗੇ। ओए अज डुबिया नू कर देवो पार पिताजी, दुखी पंडिता तो देवो जिंदाबार पिताजी। पवित्र के बिना आपने बचन सच दे पुकारा खड़ा मोरे बाप दे। ओ अज वंड लवो इन्हां कोलों पार पिताजी, दुखी पंडिता तो देवो जिंदाबार पिताजी। लुकाई दी बाहां पिताजी, देओ तीर ते कर देओ हां पिताजी। ओए निका जिया करो उपकार पिताजी, दुखी पंडिता तो देवो जिंदाबार पिताजी। कर देओ दोवां चो मजबूत जी, देवो जाके कुर्बानी जिगरी शोभा देना जी। ओ मौजी गिल बलवंत गाऊवार पिताजी, दुखी पंडिता तो देवो जिंदाबार पिताजी। ਆਪਣੇ ਲਖਤੇ ਜਿਗਰ ਦੇ ਮੁਖਾਰਬਿੰਦ ਚੋਂ ਇਹ ਗੱਲ ਸੁਣ ਕੇ ਬਾਗੋ ਬਾਗ ਹੋ ਗਿਆ ਤੇਗ ਬਹਾਦਰ ਜੀ ਦਾ ਮਨ। ਤੇ ਹਿੰਦੂ ਧਰਮ ਤੋਂ ਆਏ ਹੋਏ ਵਿਦਵਾਨ ਪੰਡਤਾਂ ਨੂੰ ਸਤਿਗੁਰਾਂ ਨੇ ਇੱਕ ਪੱਤਰਕਾ ਲਿਖ ਕੇ ਦਿੱਤੀ ਹੈ। ਉਸ ਪੱਤਰਕਾ ਦੇ ਵਿੱਚ ਸ਼ਹਿਨशाह ਹਿੰਦ ਵਾਸਤੇ ਇਹ ਗੱਲ ਲਿਖੀ ਗਈ ਹੈ ਕਿ ਜਾ ਕੇ ਕਹਿ ਦਿਓ ਕਿ ਸਾਡਾ ਪੀਰ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਹੈ। ਜੇ ਸਾਡਾ ਗੁਰੂ ਤੇਗ ਬਹਾਦਰ ਹਿੰਦ ਦਾ ਪੀਰ ਜੇ ਇਸਲਾਮ ਕਬੂਲ ਕਰ ਲਵੇ, ਜੇ ਤੁਸੀਂ ਉਸ ਨੂੰ ਇਸਲਾਮ ਕਬੂਲ ਕਰ ਲਵੋ ਤੇ ਸਾਰੀ ਹਿੰਦੂ ਮਖਲੂਕ ਆਪਣੇ ਆਪ ਮੁਸਲਮਾਨ ਹੋ ਜਾਵੇਗੀ। ਇਹ ਪੱਤਰਕਾ ਇਹਨਾਂ ਪੰਡਤਾਂ ਨੇ ਪਹਿਲਾਂ ਕਸ਼ਮੀਰ ਹਾਕਮ ਕੋ ਪਹੁੰਚਾਈ ਹੈ, ਉਸ ਦੇ ਜੀਏ ਦਿੱਲੀ ਦੇ ਬਾਦਸ਼ਾਹ ਕੋ ਪਹੁੰਚੀ ਹੈ। ਬੜਾ ਖੁਸ਼ ਹੋਇਆ ਔਰੰਗਜ਼ੇਬ ਇਸ ਗੱਲ ਨੂੰ ਪੜ੍ਹ ਕੇ ਕਿ ਬਈ ਲੋੜ ਹੀ ਨਹੀਂ ਜ਼ਿਆਦਾ ਕਤਲਕਾਰ ਕਰਨ ਦੀ, ਇੱਕ ਬੰਦੇ ਨੂੰ ਇਸਲਾਮ ਦੇ ਵਿੱਚ ਲਿਆਉਣਾ ਕੋਈ ਵੱਡੀ ਗੱਲ ਨਹੀਂ। ਪਹਿਲਾਂ ਤੇ ਆਪਾਂ ਪਿਆਰ ਦੇ ਨਾਲ ਸੋਚਾਂਗੇ, ਲਾਲਚ ਦੇਵਾਂਗੇ, ਜੇ ਫੇਰ ਨਾ ਚੱਲੀ ਤੇ ਤਲਵਾਰ ਦੇ ਘਾਟ ਉਤਾਰ ਦੇਵਾਂਗੇ। ਪਰ ਉਧਰ ਸੰਸਾਰ ਦੇ ਵਿੱਚ ਇੱਕੋ ਇੱਕ ਮਿਸਾਲ ਹੈ ਖਾਲਸਾ ਜੀ, ਯਾਦ ਰੱਖਣ ਵਾਲੀ ਗੱਲ ਹੈ ਤੇ ਬੀਬੀਓ ਤੁਹਾਡੇ ਵੀ ਯਾਦ ਰੱਖਣ ਵਾਲੀ ਗੱਲ ਹੈ। ਸੰਸਾਰ ਦੇ ਵਿੱਚ ਇੱਕੋ ਇੱਕ ਐਸਾ ਸ਼ਹਿਨशाह ਹੋਇਆ ਹੈ ਜਿਸ ਨੇ ਮਰਨ ਤੋਂ ਪਹਿਲਾਂ ਜੇ ਕਿਸੇ ਨੂੰ ਮਰਨ ਦਾ ਦੱਸ ਦਿੱਤਾ ਜਾਵੇ ਨਾ ਕਿ ਤੇਰੀ ਮੌਤ ਫਲਾਣੇ ਦਿਨ ਹੈ, ਥੋੜਾ ਜਿਹਾ ਸਮਾਂ ਹੋਵੇ ਤੇ ਸ਼ਾਇਦ ਉਹ ਦਿਨ ਵੀ ਨਾ ਆਵੇ ਤੇ ਉਹ ਪਹਿਲਾਂ ਹੀ ਮਰ ਜਾਵੇ। ਪਰ ਇੱਧਰ ਆਪਣਾ ਸੀਸ ਦੇਣ ਵਾਸਤੇ ਸਤਿਗੁਰੂ ਜੀ 1 ਸਾਲ ਦਾ ਸਮਾਂ ਪਹਿਲਾਂ ਤੁਰੇ ਨੇ। ਸਨ 1674 ਦੇ ਵਿੱਚ ਸਤਿਗੁਰੂ ਜੀ ਆਨੰਦਪੁਰ ਸਾਹਿਬ ਤੋਂ ਚੱਲੇ ਨੇ ਤੇ ਸਨ 1675 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਲਗਭਗ 1 ਸਾਲ ਦਾ ਸਮਾਂ ਸਤਿਗੁਰੂ ਜੀ ਦੇਖੋ ਪਤਾ ਹੈ ਕਿ ਦਿੱਲੀ ਤੋਂ ਵਾਪਸ ਨਹੀਂ ਆਉਣਾ। ਪਹਿਲਾ ਪੁੱਤਰ ਜਿਸ ਨੇ ਆਪਣੇ ਪਿਤਾ ਨੂੰ ਸ਼ਹਾਦਤ ਦੇਣ ਵਾਸਤੇ ਤੋਰਿਆ ਹੈ ਤੇ ਪਹਿਲੀ ਪਤਨੀ ਜਿਸ ਨੇ ਆਪਣੇ ਪਤੀ ਨੂੰ ਸ਼ਹੀਦ ਹੋਣ ਵਾਸਤੇ ਤੋਰਿਆ ਹੈ। ਵੈਸੇ ਇਸ ਤੋਂ ਪਹਿਲਾਂ ਮਾਤਾ ਗੰਗਾ ਜੀ ਤੋਰ ਚੁੱਕੇ ਨੇ, ਪਰ ਉਸ ਸ਼ਹਾਦਤ ਦੇ ਵਿੱਚ ਤੇ ਇਸ ਸ਼ਹਾਦਤ ਦੇ ਵਿੱਚ ਫਰਕ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਮਹਾਨ ਪਤਨੀ ਨੇ ਆਪਣੇ ਪਤੀ ਨੂੰ ਤੋਰਿਆ ਸ਼ਹਾਦਤ ਵਾਸਤੇ, ਸੰਸਾਰ ਦੀ ਪਹਿਲੀ ਪਤਨੀ ਹੋਈ ਹੈ। ਤੇ ਨਾਲ ਨਾਲ ਗੁਰੂ ਪਿਆਰਿਓ, ਮੇਰੇ ਕੋਲ ਸਮਾਂ ਨਹੀਂ ਕਿ ਮੈਂ ਦੱਸਾਂ ਕਿ ਸਤਿਗੁਰੂ ਜੀ ਕਿੱਥੇ ਕਿੱਥੇ ਗਏ ਨੇ, ਪਰ ਥੋੜੀ ਜਿਹੀ ਇੱਕ ਘਟਨਾ ਦੱਸਾਂਗਾ ਕਿ ਇੱਕ ਆਜੜੀ ਨੂੰ ਵੀ ਸ਼ਹਿਨशाह ਕੀਤਾ ਹੈ। ਤੇ ਇੱਥੇ ਮੈਂ ਇਹ ਵੀ ਗੱਲ ਕਹਾਂਗਾ ਕਿ ਸਤਿਗੁਰੂ ਜੀ ਸਿਰਫ ਹਿੰਦੂਆਂ ਦੀ ਬਾਹ ਫੜਨ ਵਾਸਤੇ ਨਹੀਂ ਗਏ, ਬਲਕਿ ਮਜ਼ਲੂਮ ਦੀ ਬਾਹ ਫੜਨ ਵਾਸਤੇ ਗਏ ਨੇ ਤੇ ਜ਼ਾਲਮ ਨੂੰ ਡੱਕਾ ਪਾਉਣ ਵਾਸਤੇ ਗਏ ਨੇ, ਭਾਵੇਂ ਉਹ ਜ਼ਾਲਮ ਹਿੰਦੂ ਹੋਵੇ ਤੇ ਭਾਵੇਂ ਉਹ ਜ਼ਾਲਮ ਮੁਸਲਮਾਨ ਹੋਵੇ, ਭਾਵੇਂ ਕੋਈ ਵੀ ਹੋਵੇ। ਜੇ ਜ਼ੁਲਮ ਕੀਤਾ ਸੀ ਪਹਾੜੀ ਰਾਜਿਆਂ ਨੇ ਤੇ ਉਹਨਾਂ ਦੇ ਪੁੱਤਰ ਨੇ ਮੂੰਹ ਤੋੜਵਾ ਜਵਾਬ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ। ਆਜੜੀ ਨੂੰ ਸ਼ਹਿਨशाह ਕਰਕੇ ਭਾਵੇਂ ਸਤਿਗੁਰੂ ਜੀ ਦਿੱਲੀ ਪਹੁੰਚ ਗਏ ਨੇ। ਪਰ ਗੁਰੂ ਪਿਆਰਿਓ, ਜਦੋਂ ਸਤਿਗੁਰੂ ਜੀ ਦਿੱਲੀ ਪਹੁੰਚੇ ਨੇ, ਔਰੰਗਜ਼ੇਬ ਦਿੱਲੀ ਵਿੱਚ ਨਹੀਂ ਹੈ, ਪਰ ਹੁਕਮ ਜਾਰੀ ਹੋਇਆ ਹੈ। ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਦੱਸਣ ਵਾਲੇ ਭਾਈ ਸਾਹਿਬ ਨੇ ਦੱਸਿਆ ਕਿ ਨਾ ਤੂੰ 3 'ਚ ਤੇ ਨਾ 13 'ਚ। ਪਰ ਸਵਾਲ ਇਹ ਉੱਠਦਾ ਹੈ ਕਿ ਪਹਿਲਾਂ ਸਿੱਖਾਂ ਨੂੰ ਸ਼ਹੀਦ ਕਿਉਂ ਕੀਤਾ ਗਿਆ? ਇਸ ਦੇ ਪਿੱਛੇ 2 ਸਵਾਲ ਨੇ। ਇੱਕ ਤੇ
कि जदों प्यारे के सामने उसके प्यारे नूं शहीद किया जाए, भां मारिया जाए, उसनूं कतल किया जाए, उसनूं तसीहे दिते जाण, ते जिहड़ा उसका मालिक है डोल जाता है। आप अपने वाल ख्याल मारीए, जे किते साडे तो पहला साडे पुत्तर नूं या धी नूं कोई होवे ते आपां बर्दाश्त करांगे, आपां कहांगे आपां मर जांदे ते चंगा सी, आपां शर्तां मनण वास्ते मंजूर हो जावांगे, मजबूर हो जावांगे। इस करके पहला गुरसिखां नूं शहीद किया गया है। पर गुरसिखां दी कुर्बानी, मैं गल करन लगा पूरे दी, पूरे का है सब कुछ पूरा, घट वध किछ नहीं। जे गुरु पूरा है तो उसका सिख भी पूरा है, ना गुरु घट है तो ना सिख घट है। सिख ने तुर के विखा दिता, जेड़े पूरने पंचम पातशाह ने शहादत दे पाए ने, नौवें पातशाह तो पहला गुरसिखां ने उन्हां रस्ते ते तुर के विखा दिता है। भाई मथीदास नूं जींदे नूं आरे नाल चीरिया है, पर जिन्हां दी प्रीत सच्चे नाल लगी वो आरा भी कुछ नहीं कर सकिया। भावें शरीर चला गया पर बाणी दे नालों नहीं टुट सके। जाप चालू रहा है। रिश्ते दे विच चाचा जी लगते सन भाई मतीदास दे दयाला जी, ते दयाला जी नूं जिस वेले शहीद किया गया देग दे विच उबाल के, जिस तरह गुरु अर्जन देव जी नूं शहीद किया गया है, सतीदास जी नूं रूह दे विच लपेट के। पर अगे की गल करिए इस तो आपां, गुरु तेग बहादुर महाराज वास्ते हुक्मनामा जारी होया। काजी ने हुक्म सुना दिता है कि तुहाडे अगे 3 शर्तां, जिहड़ी मर्जी मान लो, या तो इस्लाम कबूल कर लवे, या कह दो असीं हिंदुआं दे पीर नहीं, या करामात विखाओ, तो या फिर मरण वास्ते तैयार। सतगुरु जी ने कहा सानू मरना मंजूर है, बाकी तेरिया शर्तां मंजूर ने। मैं विस्तार च नहीं दस सकता, पर यह गल्लां होईयां। उपरंत सतगुरु जी ने कहा कि जदों मैं जलाद नूं हुक्म हो गया है कि आप जी ने तेग बहादुर का सीस कटना है, इन्हां नूं कतल करना है, उन्हां दी भाषा विच कतल है, साडी भाषा विच शहादत है। ते सतगुरु जी ने कहा कि जदों मैं आखिर विच अरदास विच अपना सीस झुकावांगा ते तुसीं वार करके मेरा सीस उतार देना। इसे तरह होया, पहला कई तसीहे होए, पर उन्हां तसीहां दे विचों जे सतगुरु जी सारे निकल के सतगुरां दा सीस कटिया गया। पर इस तो पहला एक हुक्म होर भी जारी होया सी कि सतगुरां दे शरीर नूं रोल देना है, इन्हां दे शरीर दा संस्कार नहीं होण देना, इन्हां दे शरीर दे 4 टुकड़े करके दिल्ली दे 4 दरवाजियां ते टंगने ने। लोकां दे विच इन्नी दहशत हो जाए कि इस्लाम दे खिलाफ आवाज उठाने वाला, इउं कहिए इस्लाम ना कहिए, इउं कहिए कि बादशाह औरंगजेब के खिलाफ आवाज उठाने वाले का हाल यह होगा। पर उधर गुरसिखां दी भी एक गुप्त मीटिंग हुई है भाई आग्या राम जी के घर, उस विच उगे सिख शामिल होए ने, भाई जाता जी, गुरदित्ता जी, भाई नानू जी, होर भी जिन्हां सारियां ने इस विच हिस्सा लिया है, तो आपो अपनी ड्यूटियां लगियां ने। भाई गुरदित्ता जी की ड्यूटी लगी है जो कि गुरसिखी की रस्म सी, गुरगद्दी गोबिंद राय नूं देनी है, वो भाई गुरदित्ता जी की ड्यूटी है। भाई उदा जी की ड्यूटी है CID की, तुसीं CID देनी है। ते भाई लखी शाह की ड्यूटी है कि गुरु साहब जी का धड़ चुकना है। भाई जैता जी की ड्यूटी है कि उन्होंने गुरु साहब का सीस चुकना है, वेस कोई भी बनाया जाए, ये उन्होंने खुल दी गई है। सतगुरु जी का सीस लगभग शाम के समय कटिया गया है। उधर इतिहास दसदा है कि लखी शाह वणजारा कोई मामूली बंदा नहीं सी। लखी शाह वणजारे का उस समय अंतरराष्ट्रीय व्यापार सी, इउं कहिए। लखी शाह वणजारा ते मक्खन शाह लवाणा, लबाणियां वास्ते ही वणजारा शब्द भी लबाणियां वास्ते ही वरतिया जाता है। लखी शाह वणजारा ते मक्खन शाह लबाणा, ये दोवां दा रिश्ता आपस में सहुरे जवाई का है। लखी शाह का जवाई है मक्खन शाह लबाणा, ते इन्हां ने जिस वेले विउंत बनाई है कि इतिहास दसदा है कि इन्हां दा जिहड़ा लखी शाह वणजारा सी,
ਇਸ ਦਾ ਸਰਕਾਰੀ ਦਰਬਾਰੇ ਵੀ ਪੂਰਾ ਹੱਥ ਪੈਂਦਾ ਸੀ, ਕਿਉਂਕਿ ਸਰਕਾਰੀ ਦਰਬਾਰੇ ਮਾਂ ਜਿੰਨਾ ਵੀ ਉਹਨਾਂ ਦਾ ਢੋਆ ਢਵਾਈ ਹੁੰਦੀ ਸੀ ਗੱਡਿਆਂ ਦੇ ਜਰੀਏ, ਇਹ ਲੱਖੀ ਸ਼ਾਹ ਵਣਜਾਰਾ ਕਰਿਆ। ਇਉਂ ਕਹੀਏ ਕਿ ਸਰਕਾਰੀ ਠੇਕੇਦਾਰ ਵੀ ਸੀ, ਇਹਨੂੰ ਜਾਣ ਆਉਣ ਦੀ ਵੀ ਰੋਕ ਨਹੀਂ ਸੀ। ਇਸ ਕਰਕੇ ਜਦੋਂ ਇਹਦੇ ਚਾਂਦਨੀ ਚੌਂਕ ਦੇ ਲਾਗੋਂ ਦੀ ਇਹਨਾਂ ਨੇ ਇੰਨੇ ਕੁ ਗੱਡੇ ਲਿਆਂਦੇ ਤੇ ਆਪਣੇ ਸਾਰੇ ਹੀ ਜਿਹੜੇ ਗੱਡਿਆਂ ਦੇ ਸ਼ਾਹ ਸਵਾਰ ਸਨ, ਜਿਹੜੇ ਇਉਂ ਕਹੀਏ ਕਿ ਜਿਹੜੇ ਗਾਡੀ ਸਨ, ਜਾਂ ਇਉਂ ਭਾਸ਼ਾ ਕਹੀਏ ਕਿ ਅੱਜ ਦੀ ਭਾਸ਼ਾ ਜਿਹੜੇ ਡਰਾਈਵਰ ਸਨ, ਉਹਨਾਂ ਨੂੰ ਇਹ ਸਮਝਾਇਆ ਗਿਆ ਕਿ ਆਪ ਜੀ ਨੇ ਇੰਨੇ ਜ਼ੋਰ ਦੀ ਗੱਡੇ ਭਜਾਉਣੇ ਨੇ ਕਿ ਇੱਕ ਤਰ੍ਹਾਂ ਦੇ ਇੱਥੇ ਹਨੇਰੀ ਆ ਜਾਵੇ। ਇਸ ਤਰ੍ਹਾਂ ਹੀ ਕੀਤਾ ਗਿਆ। ਉਸ ਚੀਜ਼ ਦਾ ਫਾਇਦਾ ਉਠਾ ਕੇ ਜਿਹੜੇ ਸਰਕਾਰੀ ਮੁਲਾਜ਼ਮ ਸਨ ਉਹ ਥੋੜਾ ਜਿਹਾ ਘੱਟੇ ਤੋਂ ਬਚਦੇ ਹੋਏ, ਲਾਂਭੇ ਹੋਏ, ਮਖਲੂਕ ਵੀ ਵਿਛੜ ਗਿਆ, ਐਵੇਂ ਤਿੱਤਰ ਬਿੱਤਰ ਹੋ ਗਿਆ। ਭਾਈ ਜੈਤਾ ਜੀ ਨੇ ਸਤਿਗੁਰੂ ਜੀ ਦਾ ਸੀਸ ਚੁੱਕਿਆ ਤੇ ਉਹ ਆਪਣੇ ਰਾਹ ਪਿਆ। ਲੱਖੀ ਸ਼ਾਹ ਵਣਜਾਰੇ ਦੇ ਸਾਥੀਆਂ ਨੇ ਮਿਲ ਕੇ ਸਤਿਗੁਰੂ ਜੀ ਦਾ ਸਰੀਰ ਚੁੱਕਿਆ ਤੇ ਉਹ ਆਪਣੇ ਰਸਤੇ ਪਏ। ਹੁਣ ਇੱਥੇ ਕੁਰਬਾਨੀ ਦੇਖੋ ਗੁਰਸਿੱਖਾਂ ਦੀ, ਕਿ ਆਪਾਂ ਕੁਰਬਾਨ ਤੇ ਕਰ ਹੀ ਨੇ, ਨਾਲ ਨਾਲ ਆਪਣਾ ਧਨਮਾਲ ਵੀ ਕੁਰਬਾਨ ਕਰ ਰਹੇ ਨੇ। ਲੱਖੀ ਸ਼ਾਹ ਵਣਜਾਰੇ ਨੂੰ ਇਤਿਹਾਸ ਦੱਸਦਾ ਹੈ ਕਿ ਉਸ ਸਮੇਂ ਉਸ ਦੇ ਰੇਸ਼ਮ ਦੇ ਗੋਦਾਮ ਭਰੇ ਹੋਏ ਸਨ। ਰੇਸ਼ਮ ਦੇ ਆਪਣੇ ਰੇਸ਼ਮ ਦੇ ਗੋਦਾਮਾਂ ਵਿੱਚ ਸਤਿਗੁਰੂ ਜੀ ਦੇ ਧੜ ਨੂੰ ਰੱਖ ਕੇ ਅੱਗ ਲਗਾ ਕੇ ਕਹਿ ਕੇ ਆਵਾਜ਼ਾਂ ਦਿੱਤਾ ਕਿ ਮੈਂ ਲੁੱਟਿਆ ਗਿਆ, ਮੈਂ ਮਾਰਿਆ ਗਿਆ, ਭਾਵ ਕਿ ਸਰਕਾਰ ਦੇ ਬੰਦਿਆਂ ਨੂੰ ਸ਼ੱਕ ਨਾ ਹੋਵੇ ਤੇ ਸਤਿਗੁਰੂ ਜੀ ਦੇ ਧੜ ਦਾ ਚੰਗੀ ਤਰ੍ਹਾਂ ਸੰਸਕਾਰ ਹੋ ਜਾਵੇ। ਉਧਰ ਇਹ ਆਪਣੇ ਰਸਤੇ ਤੇ ਪਏ ਨੇ ਭਾਈ ਜੈਤਾ ਜੀ। ਭਾਈ ਜੈਤਾ ਜੀ ਸਤਿਗੁਰੂ ਜੀ ਦਾ ਸੀਸ ਲੈ ਕੇ ਤੇ ਭਾਈ ਊਦਾ ਜੀ, ਭਾਈ ਗੁਰਦਿੱਤਾ ਜੀ, ਇਹ ਆਪਣੀ ਵਿਉਂਤ ਅਨੁਸਾਰ ਅਨੰਦਪੁਰ ਸਾਹਿਬ ਨੂੰ ਚੱਲੇ ਨੇ। ਪਰ ਇਤਿਹਾਸ ਦੇ ਵਿੱਚ ਜ਼ਿਆਦਾਤਰ ਜਿਹੜਾ ਜ਼ਿਕਰ ਹੁੰਦਾ ਇਕੱਲੇ ਭਾਈ ਜੈਤਾ ਜੀ ਦਾ ਹੁੰਦਾ ਹੈ। ਭਾਈ ਜੈਤਾ ਜੀ ਦਿੱਲੀ ਤੋਂ ਚੱਲ ਕੇ ਇਹ ਪਹੁੰਚੇ ਨੇ ਬਾਗਪਤ। ਬਾਗਪਤ ਦਾ ਰਸਤਾ ਦਿੱਲੀ ਤੋਂ ਜਿਹੜਾ ਉਹ 52 ਕਿਲੋਮੀਟਰ ਦਾ, ਭਾਵ 52 ਕਿਲੋਮੀਟਰ ਦਾ ਹੈ। ਇੱਥੇ ਜਾ ਕੇ ਜਿਸ ਵੇਲੇ ਰੁਕੇ ਨੇ, ਪਹਿਲਾ ਪੜਾਅ ਹੈ, ਇੱਥੇ ਇਹਨਾਂ ਨੂੰ 2 ਗੁਰੂ ਸ਼ਰਧਾਲੂ ਮਿਲੇ ਨੇ, ਜਿਨ੍ਹਾਂ ਚੋਂ ਇੱਕ ਮੁਸਲਮਾਨ ਹੈ ਤੇ ਇੱਕ ਹਿੰਦੂ ਹੈ। ਉਹਨਾਂ ਦੇ ਨਾਲ ਵਿਚਾਰ ਹੋਈ ਹੈ। ਉਹਨਾਂ ਕਿਹਾ ਵੀ ਇੱਥੇ ਰੁਕਣਾ ਠੀਕ ਨਹੀਂ, ਥੋੜੀ ਦੂਰੀ ਹੈ, ਸਰਕਾਰ ਦੇ ਬੰਦੇ ਆ ਸਕਦੇ ਨੇ ਤੇ ਸਤਿਗੁਰੂ ਜੀ ਦੇ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ, ਤਾਂ ਸ਼ੀਸ਼ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇੱਥੋਂ ਵਿਉਂਤ ਬਣਾ ਕੇ ਸਿੱਧੇ ਤਰਾਵੜੀ ਪਹੁੰਚੇ ਨੇ। ਤਰਾਵੜੀ ਦਾ ਜਿਹੜਾ ਹੈ ਬਾਗਪਤ ਤੋਂ ਰਸਤਾ ਜਿਹੜਾ ਉਹ 83 ਕਿਲੋਮੀਟਰ ਦਾ। ਇੱਥੇ ਜਾ ਕੇ ਇਹਨਾਂ ਨੂੰ ਫਿਰ ਇੱਕ ਗੁਰੂ ਸ਼ਰਧਾਲੂ ਮਿਲਿਆ ਹੈ। ਭਾਵ ਇਹ ਲਿਖਤਾਂ ਦੇ ਵਿੱਚ, ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਉੱਥੇ ਭਾਈ ਜੈਤਾ ਜੀ, ਇੱਕ ਕਿਲਾ ਹੈ ਤਰਾਵੜੀ ਤੋਂ ਦੱਖਣ ਦੇ ਪਾਸੇ ਕਰੀਬ 3 ਕਿਲੋਮੀਟਰ ਦੀ ਦੂਰੀ ਤੇ, ਉੱਥੇ ਭਾਈ ਜੈਤਾ ਜੀ ਲੁਕੇ ਹੋਏ ਨੇ। ਵੈਸੇ ਸਾਡੇ ਵਿਚਾਰਵਾਨ ਵਿਚਾਰਾਂ ਨੇ ਕਈ ਵਾਰੀ ਇਹ ਇਤਿਹਾਸ ਦੇ ਵਿੱਚ ਥੋੜੀ ਤਰੁੱਟੀ ਹੋ ਜਾਂਦੀ ਹੈ ਬੋਲਦਿਆਂ, ਉਹਨਾਂ ਨੇ ਦਿਨ ਦਾ ਸਮਾਂ ਦੱਸਿਆ ਹੈ, ਪਰ ਨਹੀਂ, ਜਿਹੜਾ ਸਫ਼ਰ ਕੀਤਾ ਗਿਆ ਉਹ ਰਾਤ ਦੇ ਸਮੇਂ ਵਿੱਚ ਕੀਤਾ ਗਿਆ। ਦਿਨ ਦੇ ਸਮੇਂ ਸਰਕਾਰ ਦਾ ਡਰ ਸੀ, ਇਸ ਕਰਕੇ ਰਾਤ ਦੇ ਸਮੇਂ ਇੱਕੋ ਰਾਤ ਦੇ ਵਿੱਚ 135 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ ਭਾਈ ਜੈਤਾ ਜੀ ਨੇ। ਪਰ ਜਿਨ੍ਹਾਂ ਦੀ ਪ੍ਰੀਤ ਸੱਚੇ ਸਤਿਗੁਰ ਦੇ ਨਾਲ ਲੱਗੀ ਹੈ, ਉਹਨਾਂ ਨੂੰ ਨਾ ਭੁੱਖ ਹੁੰਦੀ ਹੈ, ਨਾ ਧਿਆ ਹੁੰਦੀ ਹੈ ਤੇ ਨਾ ਉਹਨਾਂ ਨੂੰ ਥਕਾਵਟ ਹੁੰਦੀ ਹੈ। ਪਰ ਇੱਥੇ ਤਕਰੀਬਨ ਦਿਨ ਨਿਕਲ ਆਇਆ ਸੀ, ਇਸ ਕਰਕੇ ਭਾਈ ਜੈਤਾ ਜੀ ਉੱਥੇ ਲੁਕ ਗਏ ਨੇ। ਤੇ ਉੱਥੇ ਜਿਹੜੇ ਉਹ ਸ਼ਰਧਾਲੂ ਸਨ ਉਹਨਾਂ ਨੂੰ ਥੋੜਾ ਸ਼ੱਕ ਹੋਇਆ, ਉਹ ਬਰਾਦਰੀ ਤੋਂ ਧੋਬੀ ਸਨ ਕਿ ਉਹਨਾਂ ਦਾ ਕੰਮ ਸੀ ਕੱਪੜੇ ਧੋਣੇ ਲੋਕਾਂ ਦੇ। ਤੇ ਉਹਨਾਂ ਨੇ ਜਿਸ ਵੇਲੇ ਉੱਥੇ, ਉਹਨਾਂ ਦਾ ਨਾਂ ਸੀ ਦੇਵਾਰਾਮ, ਉਹਨਾਂ ਨੂੰ ਸ਼ੱਕ ਹੋਇਆ, ਉਹਨਾਂ ਨੇ ਥੋੜੀ ਜੀ ਉੱਥੇ ਆਟ ਵੇਖੀ, ਅੱਗੇ ਗਏ, ਉਹਨਾਂ ਨੇ ਦੇਖਿਆ ਕੋਈ ਸਿੱਖ ਲੱਗਦਾ ਹੈ। ਉਹਨਾਂ ਨੇ ਕਿਹਾ ਤੂੰ ਕੌਣ ਹੈ? ਤੇ ਭਾਈ ਜੈਤਾ ਜੀ ਨੇ ਕਿਹਾ ਕਿ ਮੈਂ ਗੁਰੂ ਕਾ ਸਿੱਖ ਹਾਂ। ਉਹਨਾਂ ਕਿਹਾ ਸਤਿਗੁਰੂ ਜੀ ਦਿੱਲੀ ਗਏ ਸਨ ਤੇ ਸਾਨੂੰ ਇਹ ਵਚਨ ਦੇ ਕੇ ਗਏ ਸਨ ਤੁਹਾਡੇ ਘਰ ਚਰਨ ਪਾਵਾਂਗੇ, ਦਿੱਲੀ ਦੇ ਕੀ ਹਾਲਾਤ ਨੇ? ਉਹਨਾਂ ਕਿਹਾ ਹਾਲਾਤ ਚੰਗੇ ਨਹੀਂ, ਪਰ ਉਹਨਾਂ ਕਿਹਾ ਸਾਡੇ ਘਰ ਚੱਲੋ। ਉਸ ਟਾਈਮ ਉਹ ਜਿਹੜੀ ਪੋਟਲੀ ਬੱਧੀ ਹੋਈ ਹੈ ਉਸ ਵਿੱਚ ਸੀਸ ਹੈ, ਪਰ ਅਜੇ ਉੱਥੇ ਉਹਨਾਂ ਨੂੰ ਪਤਾ ਨਹੀਂ ਭਾਈ ਜੈਤਾ ਜੀ ਤੋਂ ਬਿਨਾਂ। ਉਹਨਾਂ ਦੇ ਘਰ ਗਏ ਨੇ, ਜਿਸ ਵੇਲੇ ਉਹਨਾਂ ਰੋ ਰੋ ਕੇ ਫਰਿਆਦਾਂ ਕੀਤੀਆਂ ਕਿ ਸਤਿਗੁਰੂ ਜੀ ਨੇ ਸਾਡੀ ਅਰਦਾਸ ਨਹੀਂ ਮੰਨੀ, ਮਨਜ਼ੂਰ ਨਹੀਂ ਕੀਤੀ, ਤੇ ਭਾਈ ਜੈਤਾ ਜੀ ਦੀ ਅੱਖਾਂ 'ਚੋਂ ਅਥਰੂ ਨਿਕਲ ਗਏ। ਜਿਹੜਾ ਐਡਾ ਮਨ ਪੱਕਾ ਬਣਾਇਆ ਹੋਇਆ ਸੀ ਉਹ ਵੀ ਪਿਘਲ ਗਿਆ। ਕਹਿਣ ਲੱਗੇ ਫਿਰ ਸਤਿਗੁਰੂ ਜੀ ਤੇ ਤੁਹਾਡੇ ਘਰ ਆ ਗਏ ਨੇ, ਉਹ ਤੇ ਸ਼ਹਾਦਤ ਤੋਂ ਬਾਅਦ ਵੀ ਤੁਹਾਡੀ ਅਰਦਾਸ ਮਨਜ਼ੂਰ ਕੀਤੀ ਹੈ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਉੱਥੇ ਭਾਈ ਜੈਤਾ ਜੀ ਨੂੰ ਉਹਨਾਂ ਨੇ ਆਰਾਮ ਕਰਵਾਇਆ ਸਾਰਾ ਦਿਨ। ਆਪ ਸਤਿਗੁਰੂ ਜੀ ਦੇ ਸਾਰੇ ਬਸਤਰ ਬਦਲੇ, ਬਸਤਰ ਬਦਲ ਕੇ ਸਾਰਾ ਚੌਰ ਕਹੀਏ ਜਾਂ ਪੱਖਾ ਕਹੀਏ, ਕੁਛ ਵੀ ਕਹੀਏ,
ਉਹ ਸਾਰੀ ਸੇਵਾ ਗੁਰੂ ਸਤਿਗੁਰੂ ਤੇਗ ਬਹਾਦਰ ਜੀ ਦੇ ਸੀਸ ਦੀ ਕਰਦਾ ਰਿਹਾ ਪਰਿਵਾਰ। ਫਿਰ ਅੱਗੋਂ ਵਿਉਤ ਬਣਾ ਕੇ ਸਤਿਗੁਰੂ ਜੀ ਅੰਬਾਲੇ, ਭਾਈ ਜੈਤਾ ਜੀ ਸਤਿਗੁਰੂ ਜੀ ਦੇ ਸੀਸ ਨੂੰ ਲੈ ਕੇ ਅੰਬਾਲੇ, ਅੰਬਾਲੇ ਤੋਂ ਬਨੂੜ, ਬਨੂੜ ਤੋਂ ਨਾਢਾ ਤੇ ਨਾਢੇ ਤੋਂ ਕੀਰਤਪੁਰ ਸਾਹਿਬ। ਕੀਰਤਪੁਰ ਸਾਹਿਬ ਪਹਿਲੀ ਪਤਨੀ ਸੰਸਾਰ ਦੇ ਵਿੱਚ ਜਿਹੜੇ ਆਪਣੇ ਪਤੀ ਦੇ ਸੀਸ ਨੂੰ ਲੈਣ ਵਾਸਤੇ ਅੱਗੋਂ ਆਈ ਹੈ। ਪਤੀ ਨੂੰ ਲੈਣ ਵਾਸਤੇ ਸੰਸਾਰ ਦੇ ਵਿੱਚ ਬਹੁਤ ਪਤਨੀਆਂ ਗਈਆਂ ਹੋਣਗੀਆਂ, ਪਰ ਇੱਕ ਮਾਤਾ ਗੁਜਰ ਕੌਰ ਜਿਹੜੀ ਹੈ ਉਹ ਆਪਣੇ ਪਤੀ ਦਾ ਸੀਸ ਲੈਣ ਵਾਸਤੇ ਕੀਰਤਪੁਰ ਸਾਹਿਬ ਆਏ ਨੇ। ਗੋਬਿੰਦ ਰਾਏ ਜੀ ਵੀ ਆਏ ਨੇ, ਹੋਰ ਸੰਗਤਾਂ ਆਈਆਂ ਨੇ। ਇੱਥੇ ਜਿਸ ਵੇਲੇ ਸਾਰਾ ਫਿਰ ਤਿਆਰੀ ਹੋਈ ਹੈ, ਇੱਥੋਂ ਸਤਿਗੁਰੂ ਜੀ ਦਾ ਸੀਸ ਪਾਲਕੀ ਦੇ ਵਿੱਚ ਰੱਖ ਕੇ ਬੜੇ ਜਾਓ ਜਲਾਲ ਦੇ ਨਾਲ ਅੱਗੇ ਕੱਢਿਆ ਗਿਆ ਹੈ, ਬੇਬਾਨ ਕੱਢਿਆ ਗਿਆ। ਉੱਥੇ ਗੁਰਦੁਆਰਾ ਸਾਹਿਬ ਬਣਿਆ ਬੇਬਾਨ ਸਾਹਿਬ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਇੱਥੇ ਜਿਹੜਾ ਸਤਿਗੁਰ ਦਾ ਇਤਿਹਾਸ ਦੱਸਦਾ ਹੈ, ਉਦੋਂ ਉਸ ਸਮੇਂ ਦੇ ਵਿੱਚ ਜਾਂ ਕਾਫੀ ਸਮਾਂ ਤੱਕ ਇਸ ਨੂੰ ਜਲੂਸ ਰੂਪ ਕਿਹਾ ਜਾਂਦਾ ਹੈ। ਹੁਣ ਇਸ ਨੂੰ ਆਪਾਂ ਬਦਲਤਾ ਹੈ ਕਿਉਂਕਿ ਸਾਡੇ ਕੋਲ ਭਾਸ਼ਾ ਨਹੀਂ ਰਹਿ ਗਈ, ਅਸੀਂ ਉਸ ਭਾਸ਼ਾ ਦੇ ਜਾਣਕਾਰ ਨਹੀਂ ਰਹਿ ਗਏ। ਇਸ ਕਰਕੇ ਸਾਨੂੰ ਜਲੂਸ ਸ਼ਬਦ ਜਿਹੜਾ ਬੜਾ ਮਾੜਾ ਲੱਗਦਾ ਹੈ, ਇਸ ਕਰਕੇ ਹੁਣ ਇਸ ਨੂੰ ਨਗਰ ਕੀਰਤਨ ਦਾ ਨਾਮ ਦੇ ਦਿੱਤਾ ਆਪਾਂ। ਵੈਸੇ ਜਲੂਸ ਦਾ ਅਰਥ ਸੀ ਜਲਾਓ। ਜਲਾਓ ਦਾ ਅਰਥ ਹੁੰਦਾ ਹੈ ਬਹੁਤ ਪ੍ਰਕਾਸ਼ ਜਾਂ ਵਿਖਾਵਾ। ਉਹ ਉਸ ਨੂੰ ਜਲੂਸ ਕਿਹਾ ਜਾਂਦਾ ਸੀ ਉਸ ਸਮੇਂ 'ਚ। ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ, ਇਸ ਕਰਕੇ ਹੁਣ ਸਾਨੂੰ ਪਤਾ ਨਹੀਂ ਰਹਿ ਗਿਆ, ਤੇ ਇਸ ਕਰਕੇ ਅਸੀਂ ਆਪਾਂ ਜਲੂਸ ਨੂੰ ਬੜਾ ਸ਼ਬਦ ਆਪਾਂ ਕਹਿੰਦੇ ਕਿ ਬੇਇੱਜ਼ਤੀ ਰੂਪੀ ਸ਼ਬਦ ਹੈ, ਪਰ ਉਸ ਸਮੇਂ ਭਾਸ਼ਾ ਹੀ ਇਹ ਚੱਲਦੀ ਸੀ, ਮੁਗਲ ਬਾਦਸ਼ਾਹਾਂ ਦੀ ਭਾਸ਼ਾ ਸੀ। ਸੋ ਗੁਰੂ ਰੂਪ ਸਾਧ ਸੰਗਤ ਜੀ ਇੱਥੋਂ ਚੱਲ ਕੇ ਜਿਸ ਤਰ੍ਹਾਂ ਕਰਕੇ ਭਾਈ ਜੈਤਾ ਜੀ ਕੋ ਜਦੋਂ ਸਤਿਗੁਰੂ ਜੀ ਨੇ, ਆਪਾਂ ਆਨੰਦਪੁਰ ਕਹਿੰਦੇ ਆ ਪਰ ਆਨੰਦਪੁਰ ਨਹੀਂ, ਭਾਈ ਜੈਤਾ ਜੀ ਕੋ ਜਿਹੜਾ ਸੀਸ ਸਤਿਗੁਰੂ ਜੀ ਨੇ ਫੜਿਆ ਹੈ ਜਾਂ ਆਪਣੀ ਝੋਲੀ 'ਚ ਪਵਾਇਆ ਹੈ ਜਾਂ ਸੀਸ ਨੂੰ ਚੁੰਮਿਆ ਹੈ, ਉਹ ਕੀਰਤਪੁਰ ਸਾਹਿਬ ਚੁੰਮਿਆ ਹੈ। ਕਿਉਂ ਕੀਰਤਪੁਰ ਤੋਂ ਫਿਰ ਉਹ ਪਾਲਕੀ ਦੇ ਵਿੱਚ ਸਰੀਰ ਗਿਆ ਹੈ। ਇੱਥੇ ਜਾ ਕੇ ਜਿਸ ਤਰ੍ਹਾਂ ਸਤਿਗੁਰੂ ਜੀ ਦੇ ਤੇ ਭਾਈ ਜੈਤਾ ਜੀ ਦੇ ਸਵਾਲ ਜਵਾਬ ਆਪਸ ਵਿੱਚ ਹੋਏ ਨੇ, ਉਹ ਦੱਸਦੇ ਸਾਥੀ ਹੈ ਇਉਂ ਪੇਸ਼ ਕਰ ਰਹੇ ਨੇ। ਗੁਰੂ ਜੀ ਨੇ ਜਦੋਂ ਦਿੱਲੀ ਵਿੱਚ ਸੀ ਸ਼ਹੀਦੀ ਪਾਈ, ਕਿੰਨੇ ਦਿੱਤਾ ਕਰ ਕਮਾਲ, ਉਹ ਜੈਤਿਆ ਕਿੰਨੇ ਦਿੱਤਾ ਕਰ ਕਮਾਲ। ਤੇ ਜਲਾਲੁਦੀਨ ਆ ਗਿਆ, ਦਿੱਤੀ ਤਲਵਾਰ ਸੀ ਤੇਰਾ, ਗੁਰੂ ਜੀ ਦਿੱਤੀ ਤਲਵਾਰ ਸੀ ਤੇਰਾ। ਓ ਮਤੀ ਦਾਸ ਸਾਤੀ ਦਾਸ ਨਾਲ ਸਿੱਧਿਆ ਲੱਗੇ, ਉਹਨਾਂ ਦਾ ਵੀ ਹਾਲ ਸੁਣਾ, ਉਹ ਜੈਤਿਆ ਉਹਨਾਂ ਦਾ ਵੀ ਹਾਲ ਸੁਣਾ। ਦਿਆਲੇ ਨੂੰ ਉਬਾਲਿਆ, ਦਿੱਤਾ ਸਤੀ ਦਾਸ ਰੂਜ ਜਿਲਾ, ਗੁਰੂ ਜੀ ਦਿੱਤਾ ਰੂਜ ਜਿਲਾ। ਓ ਕਿੰਨਾ ਕੀ ਕੱਟ ਤੇ ਦੁਨੀਆ ਦਾ ਹੋ ਗਿਆ ਸੀ, ਸੱਚੋ ਸੱਚ ਸਾਨੂੰ ਤੂੰ ਬਤਾ, ਉਹ ਜੈਤਿਆ ਸੱਚੋ ਸੱਚ ਸਾਨੂੰ ਤੂੰ ਬਤਾ। ਲਾਲਸ ਇਕੱਠੀ ਉੱਥੇ ਹੋ ਗਿਆ, ਸੱਚੋ ਸੱਚ ਦੇਵਾ ਮੈਂ ਸੁਣਾ, ਗੁਰੂ ਜੀ ਸੱਚੋ ਸੱਚ ਦੇਵਾ ਮੈਂ ਸੁਣਾ। ਓ ਗੁਰਾਂ ਦਾ ਸੀ ਧਾੜ ਦੱਸ ਕੌਣ ਚੁੱਕ ਲੈ ਗਿਆ, ਕਿਹੜਾ ਐਡੀ ਛੇਤੀ ਜੀ ਆਇਆ, ਉਹ ਜੈਤਿਆ ਕਿਹੜਾ ਐਡੀ ਛੇਤੀ ਜੀ ਆਇਆ। ਚੱਲ ਗਏ ਜਾਣਾ ਉੱਥੇ ਆ ਗਿਆ, ਗੁਰੂ ਜੀ ਦਿੱਤਾ ਸੰਸਕਾਰ ਕਰਾ, ਗੁਰੂ ਜੀ ਦਿੱਤਾ ਸੰਸਕਾਰ ਕਰਾ। ਓ ਗਲ ਵਿੱਚ ਪੱਲਾ ਪਾ ਜੈਤਾ ਸੀ ਖਲੋ ਗਿਆ, ਛਾਤੀ ਨਾਲ ਗੂਰਾ ਲਿਆ ਲਾ, ਸੰਗਤ ਜੀ ਛਾਤੀ ਨਾਲ ਗੂਰਾ ਲਿਆ ਲਾ। ਇਤਿਹਾਸ ਸੁੰਦਰ ਸੋਲ ਸੇ ਸੰਗਤਾਂ ਜਰਾ ਦੇਗਾ, ਉਹ ਪੰਛੀਆ ਸੰਗਤਾਂ ਚੁਰਾਲ ਦੇਏਗਾ, ਉਹ ਪੰਛੀਆ ਸੰਗਤਾਂ ਚੁਰਾਲ ਦੇਏਗਾ। ਭਾਈ ਜੈਤਾ ਜੀ ਨੇ ਸਾਰਾ ਹਾਲਾਤ ਦਿੱਲੀ ਦਾ ਦੱਸਿਆ ਹੈ, ਤੇ ਸਤਿਗੁਰਾਂ ਦੇ ਇਸ ਮਹਾਨ ਗੁਰਸਿੱਖ ਨੂੰ ਗੁਰੂ ਸਾਹਿਬ ਨੇ ਆਪਣੇ ਕਲਾਵੇ ਵਿੱਚ ਲਿਆ ਹੈ, ਤੇ ਨਾਲ ਨਾਲ ਇੱਕ ਮਹਾਨ ਬੋਲਾ ਬੋਲਿਆ ਹੈ ਕਿ ਰੰਗ ਰੇਟੇ ਗੁਰੂ ਕੇ ਬੇਟੇ, ਜਾਂ ਇਉਂ ਵੀ ਕਿਹਾ ਜਾਂਦਾ ਹੈ ਕਿ ਰੰਗ ਰੇਟਾ ਗੁਰੂ का बेटा, जिन तन किया सिखी की भेटा। ਸੋ ਗੁਰੂ ਰੂਪ ਸਾਧ ਸੰਗਤ ਸਤਿਗੁਰਾਂ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਆਪਾਂ ਇਹ ਗੁਰਪੁਰਬ ਮਨਾ ਰਹੇ ਹਾਂ। ਸੰਸਾਰ ਦੇ ਵਿੱਚ ਪਹਿਲਾ ਗੁਰੂ ਜੇ ਮਾਣ ਪ੍ਰਾਪਤ ਹੈ ਤੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਾਣ ਪ੍ਰਾਪਤ ਹੈ,
ਜਿਨ੍ਹਾਂ ਦੇ 2 ਗੁਰਦੁਆਰਾ ਸਾਹਿਬ ਬਣੇ ਨੇ, 2 ਗੁਰਦੁਆਰਾ ਸਾਹਿਬ ਉਹਨਾਂ ਦੇ 3 ਨੇ, ਪਰ 2 ਗੁਰਦੁਆਰਾ ਸਾਹਿਬ ਇੱਕੋ ਨਾਂ ਤੇ ਨੇ। ਜਿਹੜਾ ਇੱਕ ਸੀਸਗੰਜ ਦਿੱਲੀ ਦੇ ਵਿੱਚ ਹੈ, ਉਹ ਸੀਸਗੰਜ, ਸੀਸ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਿਆ, ਸੀਸਗੰਜ ਦਿੱਲੀ। ਇੱਕ ਗੁਰਦੁਆਰਾ ਸਾਹਿਬ ਉਹਨਾਂ ਦਾ ਆਨੰਦਪੁਰ ਸਾਹਿਬ ਹੈ, ਜਿੱਥੇ ਉਹਨਾਂ ਦਾ ਸੀਸਗੰਜ ਗੁਰਦੁਆਰਾ ਸਾਹਿਬ ਬਣਿਆ ਹੈ, ਜਿੱਥੇ ਉਹਨਾਂ ਦੇ ਸੀਸ ਦਾ ਸੰਸਕਾਰ ਕੀਤਾ ਗਿਆ। ਹੋਰ ਕਿਸੇ ਨੂੰ ਇਹ ਮਾਣ ਪ੍ਰਾਪਤ ਨਹੀਂ। ਇਹ ਮਾਣ ਪ੍ਰਾਪਤ ਹੈ ਤੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਾਣ ਪ੍ਰਾਪਤ ਹੈ ਕਿ ਉਹਨਾਂ ਦੇ ਸ਼ਰੀਰ ਤੇ 3 ਗੁਰਦੁਆਰੇ ਬਣੇ ਨੇ। ਜੇ ਇੱਕ ਜਿੱਥੇ ਰਕਾਬਗੰਜ ਸਾਹਿਬ ਹੈ ਹੁਣ, ਜਿੱਥੇ ਉਹਨਾਂ ਦੇ ਧੜ ਦਾ ਸੰਸਕਾਰ ਹੋਇਆ ਹੈ, ਤੇ ਇੱਕ ਸੀਸਗੰਜ ਦਿੱਲੀ ਵਿੱਚ ਸੀਸ ਦੇ ਨਾਂ ਤੇ, ਤੇ ਇੱਕ ਸੀਸਗੰਜ ਆਨੰਦਪੁਰ ਸਾਹਿਬ ਸੀਸ ਦੇ ਨਾਂ ਤੇ, ਜਿੱਥੇ ਉਹਨਾਂ ਦੇ ਸੀਸ ਦਾ ਸੰਸਕਾਰ ਹੋਇਆ ਹੈ। ਸੋ ਗੁਰੂ ਰੂਪ ਸਾਧ ਸੰਗਤ ਜੀ, ਸੰਸਾਰ ਦੇ ਵਿੱਚ ਬਹੁਤ ਰਹਿਬਰ ਹੋਏ ਨੇ, ਤੇ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਕਿੰਨੇ ਕਿ ਰਿਕਾਰਡ ਉਹਨਾਂ ਦੇ ਨਾਂ ਤੇ ਜੇ ਨਾ ਗਿਣ ਲਗੇ ਤੇ ਮੇਰੇ ਖਿਆਲ ਤੇ ਜ਼ਿੰਦਗੀ ਤੇ ਕੀ ਕਿੰਨੇ ਵੀ ਜਨਮ ਲੱਗ ਜਾਣ ਤੇ ਉਹਨਾਂ ਦੇ ਰਿਕਾਰਡ ਨਹੀਂ ਗਿਣੇ ਜਾ ਸਕਦੇ ਕਿ ਜਿੰਨੇ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਨਾਂ ਰਿਕਾਰਡ ਨੇ। ਇੱਕ ਰਿਕਾਰਡ ਤੇ ਕਿ ਕੋਈ ਵੀ ਐਸਾ ਰਹਿਬਰ ਨਹੀਂ ਹੋਇਆ ਜਿਸ ਦੇ 10 ਸਰੂਪ ਹੋਏ ਹੋਣ, 10 ਸਰੀਰ। ਕੋਈ ਐਸਾ ਰਹਿਬਰ ਨਹੀਂ ਸੰਸਾਰ ਦੇ ਵਿੱਚ ਹੋਇਆ। ਐਸਾ ਵੀ ਕੋਈ ਰਹਿਬਰ ਨਹੀਂ ਹੋਇਆ ਕਿ ਜਿਸ ਨੇ ਆਪਣੇ ਜਿਉਂਦੇ ਜੀ ਆਪਣੇ ਚੇਲੇ ਨੂੰ ਗੱਦੀ ਤੇ ਬਿਠਾ ਕੇ ਆਪ ਉਹਦੇ ਚਰਨਾਂ ਤੇ ਮੱਥਾ ਟੇਕ ਕੇ ਤੇ ਆਪ ਸੰਗਤ ਵਿੱਚ ਬੈਠ ਗਿਆ ਹੋਵੇ। ਐਸਾ ਕੋਈ ਵੀ ਰਹਿਬਰ ਨਹੀਂ ਹੋਇਆ। ਇਹ ਸਿਰਫ ਤੇ ਸਿਰਫ ਜੇ ਮਾਣ ਪ੍ਰਾਪਤ ਹੈ ਗੁਰੂ ਨਾਨਕ ਨੂੰ ਪ੍ਰਾਪਤ ਹੈ, ਗੁਰੂ ਨਾਨਕ ਦੀ ਗੱਦੀ ਨੂੰ ਪ੍ਰਾਪਤ ਹੈ। ਫਿਰ ਅੱਜ ਕੱਲ ਮੋਹਰ ਲਾਉਣ ਲੱਗਿਆ ਕੋਈ ਦੇਰ ਨਹੀਂ ਲੱਗਦੀ, ਬੜੀ ਛੇਤੀ ਮੋਹਰਾਂ ਲੱਗਦੀਆਂ ਨੇ, ਪਹਿਲਾਂ ਵੀ ਲੱਗਦੀਆਂ ਰਹੀਆਂ ਨੇ। ਸਤਿਗੁਰ ਨੇ ਏਡਾ ਵੱਡਾ ਮਹਾਨ ਖਜ਼ਾਨਾ ਸਾਨੂੰ ਦਿੱਤਾ ਬਾਣੀ ਦਾ, ਤੇ ਉੱਥੇ ਸਤਿਗੁਰੂ ਜੀ ਨੇ ਕਿਹਾ ਕਿ ਬਾਣੀ ਮੇਰੀ ਹੈ ਹੀ ਨਹੀਂ। ਕਹਿੰਦੇ ਬਾਣੀ ਨਿਰੰਕਾਰ ਦੀ ਹੈ, ਬਾਣੀ ਰੱਬ ਦੀ ਹੈ, ਬਾਣੀ ਮੇਰੀ ਨਹੀਂ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 59 ਸ਼ਬਦ ਨੇ ਤੇ 57 ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ। ਸੋ ਗੁਰੂ ਰੂਪ ਸਾਧ ਸੰਗਤ ਜੀ, ਜ਼ਿਆਦਾਤਰ ਬਾਣੀ ਸਤਿਗੁਰੂ ਤੇਗ ਬਹਾਦਰ ਮਹਾਰਾਜ ਦੀ ਹਿੰਦੀ ਵਿੱਚ ਹੈ, ਤੇ 2 ਰਹਿਬਰ ਹੋਏ ਨੇ ਜਿਨ੍ਹਾਂ ਦੀ ਬਾਣੀ ਜ਼ਿਆਦਾਤਰ ਵੈਰਾਗਮਾਈ ਹੈ, ਜਿਨ੍ਹਾਂ ਬਹੁਤ ਮੌਤ ਦੀ ਗੱਲ ਕੀਤੀ ਗਈ ਹੈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸ਼ੇਖ ਫਰੀਦ ਜੀ, ਬਾਬਾ ਫਰੀਦ ਜੀ। ਸੋ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵੱਡੇ ਭਾਗਾਂ ਵਾਲੇ ਜੋ, ਜਿਨ੍ਹਾਂ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਸ਼ਹਾਦਤ ਦਿਹਾੜਾ ਮਨਾਇਆ ਹੈ। ਸ਼ਹਾਦਤ ਦੇ ਸਾਹਮਣੇ ਕੁਰਬਾਨੀ ਛੋਟੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਆਪਾਂ ਕੁਰਬਾਨੀ ਸ਼ਬਦ ਜ਼ਿਆਦਾ ਵਰਤਦੇ ਹਾਂ, ਪਰ ਕੁਰਬਾਨੀ ਸ਼ਬਦ ਜਿਹੜਾ ਸ਼ਹਾਦਤ ਦੇ ਸਾਹਮਣੇ ਛੋਟਾ ਹੈ। ਸੋ ਗੁਰੂ ਰੂਪ ਸਾਧ ਸੰਗਤ ਜੀ, ਇੰਨੀ ਸੇਵਾ ਪ੍ਰਵਾਨ ਕਰਨਾ ਮੈਂ ਥੋੜ੍ਹੀਆਂ ਜਿਹੀਆਂ ਅਰਜ਼ਾਂ ਜ਼ਰੂਰ ਕਰਨੀਆਂ ਨੇ ਕਿ ਆਪਾਂ ਸਾਰੇ ਇਹ ਕਈ ਵਾਰੀ ਨੇ ਇੱਕ ਛੋਟੀਆਂ ਗੱਲਾਂ ਨੂੰ ਲੈ ਕੇ ਇੰਨੀਆਂ ਟੀਕਾ ਟਿੱਪਣੀਆਂ ਸਾਡੇ ਕੋਲ ਹੋ ਗਈਆਂ ਨੇ ਕਿ ਉਹਨਾਂ ਤੋਂ ਇਲਾਵਾ ਕੰਮ ਹੀ ਕੋਈ ਨਹੀਂ। ਪਰ ਮੈਂ ਕਹਿੰਦਾ ਵੀ ਆਪਾਂ ਥੋੜ੍ਹਾ ਜਿਹਾ ਇਤਿਹਾਸ ਵੱਲ ਨੂੰ ਚੱਲੀਏ, ਥੋੜ੍ਹਾ ਜਿਹਾ ਅੱਗੇ ਚੱਲ ਕੇ ਆਪਾਂ ਕੁਝ ਹਾਸਲ ਕਰੀਏ। ਜੇ ਹਾਸਲ ਕਰਾਂਗੇ ਤਾਂ ਸਭ ਕੁਝ ਮਿਲ ਜਾਏ। ਇੱਕ ਸਮੁੰਦਰ ਹੈ ਬਾਣੀ, ਇੱਕ ਸਮੁੰਦਰ ਇਤਿਹਾਸ ਹੈ, ਇੱਕ ਸਮੁੰਦਰ ਪਾਣੀ ਦਾ ਹੈ, ਜਿਸ ਵਿੱਚ ਜਿੰਨੀ ਟੁੱਬੀ ਲਾ ਲੋਗੇ ਉਹਨੇ ਮੋਤੀ ਚੁਣ ਲੋਗੇ। ਤੇ ਜੇ ਉੱਤੇ ਰਹੇ ਨਾ ਤਾਂ ਫਿਰ ਤੁਹਾਨੂੰ ਪਾਣੀ ਵਾਂਗ, ਜਿਸ ਤਰ੍ਹਾਂ ਪਾਣੀ ਮੱਛੀ ਦੇ ਵਿੱਚ, ਪਾਣੀ ਮੱਛੀ ਜਿਹੜੀ ਹੈ ਉਹ ਪਾਣੀ 'ਚ ਰਹਿੰਦੀ ਹੈ, ਪਰ ਫਿਰ ਵੀ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ। ਇਹੋ ਹੀ ਹਾਲ ਸਾਡਾ ਹੋ ਜਾਣਾ। ਕਈ ਵਾਰੀ ਆਪਾਂ ਕਿਸੇ ਗੁਰਸਿੱਖ ਨੇ ਜੇ ਗੁਰੂ ਘਰ ਦੇ ਵਿੱਚ ਪਕੌੜਿਆਂ ਦਾ ਲੰਗਰ ਚਲਾ ਦਿੱਤਾ ਸ਼ਹਾਦਤ ਦਿਵਸ ਤੇ, ਸ਼ਹੀਦੀ ਦਿਵਸ ਤੇ, ਆਪਾਂ ਉਹਦੇ ਗਲ ਪੈ ਗਏ, ਕਮੇਟੀ ਦੇ ਵੀ ਗਲ ਪੈ ਗਏ, ਪ੍ਰਬੰਧਕਾਂ ਦੇ ਵੀ ਗਲ ਪੈ ਗਏ ਕਿ ਦਿਨ ਤੇ ਸ਼ਹੀਦੀ ਦਾ ਹੈ ਤੇ ਤੁਸੀਂ ਲੰਗਰ ਪਕੌੜਿਆਂ ਦਾ ਤੇ ਲੱਡੂਆਂ ਦਾ ਚਲਾਈ ਫਿਰਦੇ ਜੇ। ਕਿੱਧਰ ਦੇ ਤੁਸੀਂ ਪ੍ਰਬੰਧਕ ਜੇ? ਗੁਰੂ ਪਿਆਰੇ, ਇੱਕ ਗੱਲ ਮੈਂ ਇਹ ਕਹਾਂਗਾ ਕਿ ਅਸੀਂ ਸ਼ਹੀਦੀ ਨੂੰ ਮੌਤ ਨਹੀਂ ਮੰਨਦੇ। ਗੁਰਮਤਿ ਸ਼ਹੀਦੀ ਸਰੀਰ ਛੱਡਣ ਨੂੰ ਮੌਤ ਨਹੀਂ ਮੰਨਦੀ ਤੇ ਨਾ ਇਸ ਵਿੱਚ ਸੋਗ ਕਰਦੀ ਹੈ। ਇਹ ਵੀ ਨਾਲ ਹੀ ਗੱਲ ਹੈ। ਸਗੋਂ ਸਾਨੂੰ ਮਾਣ ਹੈ, ਸਾਡਾ ਇਹ ਮਾਣਮੱਤਾ ਇਤਿਹਾਸ ਹੈ
कि असीं शहादत ते भी गीत गाउने आ। हिंदी च कहांगे तो इहनूं गौरवमई कहांगे, पंजाबी च कहांगे तो माण मत्ता साडा इतिहास है। सो इहो जिहियां गल्लां नूं पिछे छड्ड के आपां एडवांस होईए। गुरु के सिखां ने, गुरु प्यारी साध संगत जी, जदों छोटे साहिबजादियां दी भी शहादत हुई उदों भी लंगर जारी रहे, लंगर नहीं बंद होए। वड्डे साहिबजादियां दी शहादत हुई तां भी लंगर जारी रहे। जे गुरु साहिबां दी शहादत हुई ते तां भी जारी रहे। सो ये आप फैशन ते ना बनाइए, लंगर नूं फैशन ना बनाइए। ये भी मैं अर्ज करूंगा कि फैशन ना बनाइए, पर जे शरधा है तो चला भी सकते हैं, कोई एतराज भी नहीं। मेरी सोच ये है। सो अगे सारी संगत विद्वान है जी। सो गुरु रूप साध संगत जी, आपां इतिहासक दिहाड़े मनाने ने, इतिहासक दिहाड़े मनाने ने ते इतिहास दे विचों कुछ सिख के जाना है, शब्दां दे विचों कुछ सिख के जाना है। साडे सत्कारयोग भाई साहब भाई सुखविंदर सिंह जी जो इत्थों दे हैड ग्रंथी ने, उन्होंने बेअंत माया दे नाल जथे दी सेवा की है, जथे दे मान वधाया है। सतगुरु चढ़दी कला बख्शन जी, संगतां वालों भी बेअंत माया आई है। खजाने सतगुरु जी भरपूर करन, चढ़दी कला गुरसिखी जीवन बख्शिश करन जी। नाम की दात दास दे पूरे जथे वास्ते अरदास करियो कि सतगुरु जी सुमत बख्शन, क्योंकि हर इंसान दे कोलों भुल हो सकती है। सतगुरु की बाणी कहती है, भुल्लण अंदर सब को अभुल गुरु करतार। या तो गुरु अभुल है या करतार अभुल है। आपां सारे भुल्लण विच हाँ। दास दे जथे वास्ते सतगुरु के चरणों में अरदास करियो जी कि दास दे पूरे जथे नूं सतगुरु जी सुमत बख्शिश करन, बुराइयां तो बचा के रखण, काम क्रोध लोभ मोह हंकार तो दूर रखण जी। किरपा करन सतगुरु जी, उन्हां दी रहमत हो जावे। जिदी जदों सतगुरु दी रहमत हो गई तो फिर उसने बख्शिशां ही बख्शिशां कर देनियां ने। ते गुरु तेग बहादुर जी महाराज, जिन्हां नूं यह कहा जाता कि तेग बहादुर सिमरिया घर नौ नदावे ताए। नौ नदियां 18 सदियां छालां मार के आउंदियां ने जदों आपां सिमरन करते हैं। जे मैं इतिहास बोलना सी ना सतगुरु जी का शहादत का, घट तो घट मैनूं 2 घंटे का समा चाहिए सी, फिर मैं आप जी दे नाल सांझ तरीके ना पा सकता सा। पर जिन्ने भी सांझ पाई है दास ने उसनों प्रवान कर लेना जी। सतगुरु जी भी प्रवान कर लैन। आओ भुलां नूं बख्शदे हुए दास दे जठे नूं छुट्टी बख्शिश करो जी। मैं फिर उस फतेह दे कई बार स्टेज पर मैं बोलना है कि एक विद्वान ने फतेह का लिखा कि फतेह आई कित्थों है, फतेह बंदे नूं पहुंचा कित्थे दिंदी है, ते फतेह करदी की है। फतेह नाल अकाल दे जोड़दी है, फतेह नाल अकाल दे जोड़दी है। शहीद सिंहां दे खून चों आई फतेह, बे जरा तको सरहंद दी कंध वल्ले, साहिबजादियां किवें बुलाई फतेह। वहमां भरमां कलेशां दा नाश करदी, प्रीतम प्यारे दे नाल मलाए फतेह। बई उस सिख दी कदे नहीं पिठ लगदी, बलजीत गज के